ਦੇਖ ਲੈਂਦੇ ਆ ਸਾਰਾ ਤਾਂ ਨਹੀਂ ਪੜਿਆ ਕਿੰਨਾ ਮੈਂ ਇਹ 16 ਨਹੀਂ 15 ਤਾਂ ਤੁਹਾਨੂੰ ਇਹਦੇ 'ਚ ਕੋਈ ਬਾਹਲਾ ਨਹੀਂ ਪੜਨਾ ਹੈਗਾ। ਆਪਾਂ ਇੱਕ ਤਾਂ ਆਪਾਂ ਦੇਖਣਾ ਹੈਗਾ ਇਹਦੇ 'ਚ ਡਿਮੋਨਸਟ੍ਰੇਸ਼ਨ ਇਫੈਕਟ ਕੀ ਦੇਖਣਾ ਆਪਾਂ ਮੈਂ ਦੱਸ ਦਿੰਦਾ ਮਾੜਾ ਮਾੜਾ ਕਿਸੇ ਤੋਂ ਪ੍ਰਭਾਵਿਤ ਹੋ ਜਾਂਦਾ ਬਈ ਬੈਲੈਂਸ ਆਫ ਪੇਮੈਂਟ ਦੀ ਲਈ ਡੈਫੀਨੇਸ਼ਨ ਕਰਕੇ ਜਾਣੀ ਤੁਸੀਂ ਤੇ ਉਸ ਤੋਂ ਬਾਅਦ ਇਹਦੇ 'ਚ ਇੰਪੋਰਟੈਂਟ ਕੀ ਹੈ ਭਾਈ ਆਹ ਇੰਪੋਰਟੈਂਟ ਹੈ ਇਹਦੇ 'ਚ ਡਿਮੋਨਸਟ੍ਰੇਸ਼ਨ ਇਫੈਕਟ ਦੇਖ ਲਓ ਕੀ ਆ ਕਹਿੰਦਾ ਇਹ ਅੰਡਰ ਡਿਵੈਲਪਡ ਕੰਟਰੀਆਂ ਰਿਸਪੌਂਸੀਬਲ ਹੁੰਦੀਆਂ ਨੇ ਅਨਫੇਵਰੇਬਲ ਬੈਲੈਂਸ ਆਫ ਪੇਮੈਂਟ ਡਿਮੋਨਸਟ੍ਰੇਸ਼ਨ ਪਤਾ ਕੀ ਹੁੰਦਾ ਵੀ ਆਪਾਂ ਕਿਸੇ ਨੂੰ ਦੇਖ ਕੇ ਆਪਦੀ ਜ਼ਿੰਦਗੀ ਪ੍ਰਭਾਵਿਤ ਕਰੀ ਜਾਂਦੇ ਹਾਂ ਐਗਜ਼ਾਮਪਲ ਸੈੱਟ ਕਰੀ ਜਾਂਦੇ ਉਹਨੇ ਸਕੋਰਪੀਓ ਲੈਂਦੀ ਅਸੀਂ ਵੀ ਲਿਆਉਣੀ ਆ ਅਸੀਂ ਹੁਣ ਫਿਰ ਖਰਚਾ ਕਰਾਂਗੇ ਠੀਕ ਹੈ ਜਦੋਂ ਅਸੀਂ ਖਰਚਾ ਕਰਾਂਗੇ ਸਾਡੇ ਜਿਹੜੇ ਉਹ ਪ੍ਰੋਫਿਟਸ ਘਟਣਗੇ ਕਹਿ ਲਓ ਜਾਂ ਕੁਛ ਵੀ ਡਿਮੋਨਸਟ੍ਰੇਸ਼ਨ ਮਤਲਬ ਐਗਜ਼ਾਮਪਲ ਤੋਂ ਪ੍ਰਭਾਵਿਤ ਹੋ ਗਏ ਅਸੀਂ ਇਹਦੇ 'ਚ ਇਹ ਹੈ ਠੀਕ ਹੈ। ਡੈਪਰੀਸੀਏਸ਼ਨ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਚੀਜ਼ ਦੀ ਕੀਮਤ ਘਟਦੀ ਰਹਿੰਦੀ ਕੰਪਿਊਟਰ ਲਿਆਂਦਾ ਆਪਾਂ ਉਹਦੀ ਕੀਮਤ ਘਟੀ ਜਾਊਗੀ ਸਮੇਂ ਨਾਲ। ਡੀਵੈਲੂਏਸ਼ਨ ਇੰਪੋਰਟੈਂਟ ਆ ਭਾਈ ਇਹਦੇ ਵਿੱਚ ਡੀਵੈਲੂਏਸ਼ਨ ਕੀ ਹੁੰਦਾ ਜਦੋਂ ਆਪਣੀ ਕੰਟਰੀ ਆਪਦੀ ਵੈਲਿਊ ਘਟਾ ਲੈਂਦੀ ਕਰੰਸੀ ਦੀ ਕਿਉਂ ਘਟਾਉਂਦੀ ਹੈ ਇਹ ਇੰਪੋਰਟੈਂਟ ਬਾਹਰਲੇ ਲੋਕ ਕਹਿਣਗੇ ਉਹ ਆ ਜਾਓ ਇੰਡੀਆ ਚੱਲ ਗਏ ਸਸਤਾ ਸ਼ਹਿਰ ਹੈ ਸਸਤਾ ਦੇਸ਼ ਹੈ ਉੱਥੇ ਇਨਵੈਸਟ ਕਰਗੇ ਜਦੋਂ ਬਾਹਰਲੇ ਇਨਵੈਸਟ ਕਰਨਗੇ ਉਹ ਫਸ ਜਾਣਗੇ ਇੱਥੇ ਉਹ ਜ਼ਮੀਨਾਂ ਲੈ ਲੈਣਗੇ ਉਹ ਪਲਾਟ ਲੈ ਲੈਣਗੇ ਉਦੋਂ ਵੈਲਿਊ ਦੁਬਾਰੇ ਚੱਕ ਦੂਗੀ ਜਾਂ ਜੇ ਫਿਰ ਵੀ ਨਹੀਂ ਚੱਕ ਰਹੀ ਤਾਂ ਬਾਹਰਲੇ ਕਿਰਾਇਆ ਭਰਨਗੇ ਪੈਸਾ ਆਊਗਾ ਆਪਣੇ ਕੋਲੇ ਇਹਦੇ ਨਾਲ ਕੀ ਹੋਊਗਾ ਆਪਣੇ ਕੋਲੇ ਇਨਵੈਸਟਮੈਂਟ ਵੱਧ ਜੂਗੀ ਫੋਰਨ ਟ੍ਰੇਡ ਵੱਧ ਜੂਗਾ ਆਪਣਾ ਤੇ ਇੱਕ ਗੱਲ ਇਹ ਹੈ ਵੀ ਰਾਈਜ਼ ਇਨ ਐਕਸਪੋਰਟਸ ਵੱਧ ਜਾਣਗੇ। ਹੁਣ ਉਹ ਬਾਹਰਲੀ ਕੰਪਨੀ ਇੰਡੀਆ 'ਚ ਬੈਠੀ ਹੈ ਇੰਡੀਆ 'ਚੋਂ ਸਮਾਨ ਬਣਾ ਕੇ ਬਾਹਰ ਸਿੱਟ ਰਹੀ ਹੈ ਐਕਸਪੋਰਟ ਵੱਧ ਗਏ ਕੀ ਵੱਧ ਗਏ ਐਕਸਪੋਰਟ ਇਹ ਚੀਜ਼ ਧਿਆਨ 'ਚ ਰੱਖਣੀ ਹੈ ਇਹਨੂੰ ਡੀਵੈਲਿਊ ਕਹਿੰਦੇ ਕੀ ਕਹਿੰਦੇ ਇਹਨੂੰ ਡੀਵੈਲਿਊ ਜ਼ਰੂਰੀ ਹੈ ਇਸ ਚੈਪਟਰ 'ਚ। ਫਿਸਕਲ ਪਾਲਿਸੀ ਤੇ ਇੱਕ ਮਨੀਟਰੀ ਪਾਲਿਸੀ ਜੇ ਆਪਾਂ ਗੱਲ ਕਰੀਏ ਮਨੀਟਰੀ ਪਾਲਿਸੀ ਇਹ ਤਾਂ ਹੁੰਦੇ ਆ RBI ਦੇ ਫਿਸਕਲ ਪਾਲਿਸੀ ਦੀ ਗੱਲ ਕਰੀਏ ਇਹ ਹੁੰਦੀ ਹੈ ਸਰਕਾਰ ਦਾ ਸਿਸਟਮ ਜਿਹਾ ਹੁੰਦਾ ਸਰਕਾਰ ਕੋਲ ਦੋ ਚੀਜ਼ਾਂ ਹੁੰਦੀਆਂ ਇੱਕ ਟੈਕਸ ਤੇ ਇੱਕ ਸਬਸਿਡੀ ਇੱਕ ਹੁੰਦੀ ਹੈ ਟੈਕਸ ਤੇ ਇੱਕ ਸਬਸਿਡੀ ਠੀਕ ਹੈ। ਅੱਗੇ ਵੇਣੇ ਐਕਸਚੇਂਜ ਰੇਟ ਦਾ ਮਤਲਬ ਤੁਹਾਨੂੰ ਪਤਾ ਹੈ $1 'ਚ ਕਿੰਨੇ ਰੁਪਏ ਆਉਂਦੇ ਆ। ਉਸ ਤੋਂ ਬਾਅਦ ਇੱਕ ਗੱਲ ਕਰਾਂਗੇ ਆਪਾਂ ਐਕਸਚੇਂਜ ਰੇਟ ਫਿਕਸਡ ਵੀ ਹੁੰਦਾ ਤੇ ਫਲੈਕਸੀਬਲ ਵੀ ਹੁੰਦਾ। ਫਿਕਸਡ ਕਿਹੜਾ ਹੁੰਦਾ ਜਿਹੜਾ ਸਰਕਾਰ ਨੇ ਫਿਕਸ ਕਰਤਾ ਫਲੈਕਸੀਬਲ ਕੀ ਹੁੰਦਾ ਜਿਹੜਾ ਕਿ ਪ੍ਰਭਾਵਿਤ ਹੋ ਗਿਆ ਸਪਲਾਈ ਤੇ ਡਿਮਾਂਡ ਦੀਆਂ ਪਾਵਰਾਂ ਦੇ ਨਾਲ ਡਿਮਾਂਡ ਹੀ ਵਾਲੀ ਡਾਲਰ ਦੀ ਤਾਂ ਰੇਟ ਵੱਧ ਵੇਚਣਗੇ ਉਹ ਠੀਕ ਹੈ। ਹੁਣ ਇਹਦੇ 'ਚ ਤੁਸੀਂ ਨਾ ਸਮਰੀ 'ਚ ਜ਼ਰੂਰ ਪੜ੍ਹ ਲਿਓ ਕੋਈ ਮਾੜਾ ਮੋਟਾ ਇੱਕ ਤਾਂ ਤੁਹਾਨੂੰ ਪਤਾ ਹੋਵੇ ਐਕਸਚੇਂਜ ਰੇਟ ਇੱਕ ਤੁਹਾਨੂੰ ਪਤਾ ਹੋਵੇ ਆ ਮੈਜਰਸ ਆਫ ਆਹ ਡਿਸਇਕੁਇਲਿਬਰੀਅਮ ਵਗੈਰਾ ਵੀ ਕੀ ਮੈਜਰਸ ਨੇ ਇਹਨਾਂ ਨੂੰ ਸਹੀ ਕਰਨ ਦੇ ਇੱਕ ਤੁਹਾਨੂੰ ਐਪਰੀਸੀਏਸ਼ਨ ਤੇ ਡੈਪਰੀਸੀਏਸ਼ਨ ਪਤਾ ਹੋਵੇ ਇੱਕ ਤੁਹਾਨੂੰ ਡੀਵੈਲੂਏਸ਼ਨ ਪਤਾ ਹੋਵੇ ਇੱਕ ਰੀਵੈਲੂਏਸ਼ਨ ਪੱਕਾ ਪਤਾ ਹੋਵੇ ਠੀਕ ਹੈ। ਤੇ ਕੁਐਸਚਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਬੈਲੈਂਸ ਆਫ ਪੇਮੈਂਟ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ SDR ਹੋਵੇ ਬੈਲੈਂਸ ਆਫ ਟ੍ਰੇਡ ਪਤਾ ਹੋਵੇ ਭਾਈ ਤੇ ਕਰੰਟ ਅਤੇ ਕੈਪੀਟਲ ਖਾਤੇ ਦੇ ਵਿੱਚ ਪਤਾ ਹੋਵੇ ਤੁਹਾਨੂੰ ਕੀ ਹੁੰਦਾ ਬੈਲੈਂਸ ਆਫ ਟ੍ਰੇਡ ਤੇ ਬੈਲੈਂਸ ਆਫ ਪੇਮੈਂਟ ਦਾ ਅੰਤਰ ਪਤਾ ਹੋਵੇ। ਚੈਪਟਰ ਕਰਾਇਆ ਨਹੀਂ ਹੈਗਾ ਮੈਂ ਇਹ ਵੈਸੇ ਹੀ ਦੱਸੀ ਜਾਂਦਾ ਠੀਕ ਹੈ। ਐਕਸਚੇਂਜ ਕੰਟਰੋਲ ਪਤਾ ਹੋਣਾ ਚਾਹੀਦਾ ਐਕਸਚੇਂਜ ਰੇਟ ਪਤਾ ਹੋਣਾ ਚਾਹੀਦਾ ਤੇ ਡੀਵੈਲੂਏਸ਼ਨ ਦੁਬਾਰੇ ਆ ਗਿਆ ਬਸ ਇਹ ਚੀਜ਼ ਹੈ ਠੀਕ ਹੈ। ਯਾਨੀ ਕਿ ਨਿਚੋੜ ਕੀ ਹੈ ਇਸ ਚੈਪਟਰ ਦਾ ਬੈਲੈਂਸ ਆਫ ਪੇਮੈਂਟ ਕਰੰਟ ਤੇ ਕੈਪੀਟਲ ਖਾਤੇ 'ਚ ਅੰਤਰ ਇੱਕ ਬੈਲੈਂਸ ਆਫ ਟ੍ਰੇਡ ਤੇ ਇੱਕ ਡੈਪਰੀਸੀਏਸ਼ਨ ਤੇ ਐਪਰੀਸੀਏਸ਼ਨ ਵਗੈਰਾ ਬਸ ਆਹ ਨਿਚੋੜ ਹੈ ਇਹਦੇ ਬਿਨਾਂ ਤਾਂ ਜਾਇਓ ਨਾ ਠੀਕ ਹੈ ਜੇ ਮੰਨ ਕੇ ਚੱਲ ਸਾਰਾ ਨਾ ਪੜ੍ਹਿਆ ਜਾਵੇ। ਉਸ ਤੋਂ ਬਾਅਦ ਆਪਾਂ ਇਹਦੀ ਗੱਲ ਕਰਦੇ ਹਾਂ ਫਿਸਕਲ ਪਾਲਿਸੀ ਦੀ ਫਿਸਕਲ ਪਾਲਿਸੀ ਜ਼ਰੂਰੀ ਕੀ ਆ ਗਿਆ ਟੈਕਸ ਜ਼ਰੂਰੀ ਆ ਗਿਆ ਦੋ ਤਰ੍ਹਾਂ ਹੁੰਦਾ ਡਾਇਰੈਕਟ ਤੇ ਇਨਡਾਇਰੈਕਟ ਡਾਇਰੈਕਟ ਤਾਂ ਉਸੇ ਨੇ ਭਰ ਹੈ ਡਾਇਰੈਕਟ ਤਾਂ ਉਸੇ ਨੇ ਭਰਨਾ ਡਾਇਰੈਕਟ ਉਸੇ ਨੇ ਭਰਨਾ ਜਿਹਦੀ ਆਮਦਨ ਹੈ ਹੋਣਗੇ ਜ਼ਰੂਰੀ ਚੀਜ਼ ਚਲੋ ਸੁਣ ਲਓ ਕੀ ਹੈ ਡਾਇਰੈਕਟ ਦੀ ਜੇ ਆਪਾਂ ਗੱਲ ਕਰੀਏ ਧਿਆਨ ਦਿਓ ਭਾਈ ਮੰਨ ਕੇ ਚੱਲੋ ਮੇਰੀ ਤਨਖਾਹ ਹੈ ਠੀਕ ਹੈ ਉਹ ਮੈਂ ਹੀ ਭਰਨਾ ਉਹ ਕੋਈ ਹੋਰ ਨਹੀਂ ਭਰ ਸਕਦਾ। ਇਨਡਾਇਰੈਕਟ ਕੀ ਹੈ ਅਸੀਂ ਜਾ ਰਹੇ ਹਾਂ ਟੋਲ ਟੈਕਸ ਆ ਗਿਆ ਰਾਹ 'ਚ ਗੱਡੀ ਮੇਰੀ ਹੈ ਠੀਕ ਹੈ ਇਹ ਚਲਾਈ ਜਾਂਦਾ ਇਹਨੇ ਭਰਤੇ ਆਪਦੀ ਜੇਬ 'ਚੋਂ ਕੋਈ ਵੀ ਭਰ ਸਕਦਾ ਡਾਇਰੈਕਟ ਇਕੱਲੇ ਮੈਂ ਭਰਨੇ ਆ
ਡਾਇਰੈਕਟ ਕੀ ਤੇ ਲੱਗੂਗਾ, ਜਿਹੜਾ ਅਰਨਿੰਗ ਹੈ ਡਾਇਰੈਕਟ ਉਹ ਤੇ ਲੱਗੂਗਾ। ਇਨਡਾਇਰੈਕਟ ਉਹਦੇ ਤੇ ਨਹੀਂ ਲੱਗਦਾ, ਕਿਹੜਾ ਮਰਜ਼ੀ ਭਰਦੇ ਅਗਲੇ ਨੂੰ ਤਾਂ ਪੈਸੇ ਚਾਹੀਦੇ ਆ, ਠੀਕ ਹੈ ਨਾ। ਇਨਡਾਇਰੈਕਟ ਦੀ ਬੈਸਟ ਐਗਜ਼ਾਮਪਲ ਦੇਣੀ ਆ ਆਪਾਂ GST। ਕੀ ਦੇਣੀ ਆ ਆਪਾਂ? ਇਨਡਾਇਰੈਕਟ ਆਹੋ GST, ਧਿਆਨ ਰੱਖਿਓ। ਤੇ ਇਹ ਵੀ ਵੱਡਾ ਹੈ, ਹੁਣ ਆਏ ਤਾਂ ਨਹੀਂ ਹੋਣਾ। ਪਬਲਿਕ ਡੈਟ ਦਾ ਮਤਲਬ ਪਤਾ ਹੋਣਾ ਚਾਹੀਦਾ ਭਾਈ ਤੁਹਾਨੂੰ। ਅਨਪ੍ਰੋਡਕਟਿਵ ਡੈਟ ਦਾ ਮਤਲਬ ਪਤਾ ਹੋਣਾ ਚਾਹੀਦਾ ਤੁਹਾਨੂੰ। ਡੈਫਿਸਿਟ ਫਾਈਨਾਂਸਿੰਗ, ਇਹ ਵੀ ਡੈਫਿਸਿਟ ਫਾਈਨਾਂਸਿੰਗ ਦਾ ਮਤਲਬ ਇਹ ਹੁੰਦਾ ਹੈਗਾ ਵੀ ਸਰਕਾਰ ਦਾ ਜਿਹੜਾ ਖਰਚਾ ਹੈ ਨਾ, ਖਰਚਾ ਉਹ ਕਮਾਈ ਨਾਲੋਂ ਘੱਟ ਹੈ, ਸੌਰੀ ਕਮਾਈ ਨਾਲੋਂ ਜ਼ਿਆਦਾ ਹੈ ਨਹੀਂ। ਡੈਫਿਸਿਟ ਫਾਈਨੈਂਸਿੰਗ ਹੈਗੀ ਆ। ਡੈਫਿਸਿਟ ਦਾ ਮਤਲਬ ਸੁਣ ਲਓ, ਜਦੋਂ ਕਮਾਈ ਖਰਚੇ ਤੋਂ ਜ਼ਿਆਦਾ ਹੋ ਜੇ। ਡੈਫਿਸਿਟ ਜਦੋਂ, ਗਲਤ ਕਹਿ ਗਿਆ, ਜਦੋਂ ਖਰਚਾ ਕਮਾਈ ਤੋਂ ਜ਼ਿਆਦਾ ਹੋ ਜੇ। ਖਰਚਾ ਹੈਗਾ 500, ਕਮਾਈ ਹੈਗੀ ਹੈ 300, ਮਾਈਨਸ 'ਚ ਜਾ ਵੜਨਾ ਨਾ 200, ਡੈਫਿਸਿਟ ਹੈ। ਇੱਕ ਵਰਡ ਹੁੰਦਾ ਸਰਪਲਸ। ਸਰਪਲਸ ਕੀ ਹੈ? ਕਮਾਈ ਜ਼ਿਆਦਾ ਖਰਚਾ ਘੱਟ, ਕਮਾਈ ਜ਼ਿਆਦਾ ਖਰਚਾ ਘੱਟ, ਠੀਕ ਹੈ। ਸੇਵਿੰਗ ਕੀ ਹੁੰਦੀ ਹੈ? ਸੇਵਿੰਗ ਹੁੰਦੀ ਹੈ ਕਮਾਈ ਅਤੇ ਖਰਚੇ ਦੇ ਵਿੱਚ ਜਿਹੜਾ ਅੰਤਰ ਹੁੰਦਾ ਹੈ। ਕੀ ਹੁੰਦਾ? ਅੰਤਰ, ਠੀਕ ਹੈ ਭਾਈ। ਅੱਗੇ ਹੈ ਨਹੀਂ ਚੈਪਟਰ, ਅੱਗੇ ਹੈ ਨਹੀਂਗਾ। ਕੀ ਹੈਗਾ ਬਈ? ਇੱਕ ਪ੍ਰੋਗਰੈਸਿਵ ਟੈਕਸ ਤਾਂ ਯਾਰ ਪੱਕਾ ਹੀ ਆਊਗਾ ਤੁਹਾਨੂੰ, ਹੈਗਾ ਇਹ ਹੈਗਾ ਬਈ। ਪ੍ਰੋਗਰੈਸਿਵ ਟੈਕਸ ਸੁਣ ਲਓ ਹੁੰਦਾ ਕੀ ਹੈ, ਸੁਣ ਲਓ ਬਸ ਆਹੀਂ, ਕੋਈ ਨਹੀਂ, ਧਿਆਨ ਦਿਓ। ਪ੍ਰੋਗਰੈਸਿਵ ਟੈਕਸ ਪਤਾ ਕੀ ਹੁੰਦਾ ਹੈ? ਜਿਵੇਂ ਜਿਵੇਂ ਤਨਖਾਹ ਵਧੂਗੀ ਉਵੇਂ ਉਵੇਂ ਟੈਕਸ ਜ਼ਿਆਦਾ ਦੇਣਾ ਪਊਗਾ। ਇਹ ਪ੍ਰੋਗਰੈਸਿਵ ਹੈ। ਮੰਨ ਕੇ ਚੱਲ ਇਹਦੀ ਕਮਾਈ 15,000, ਇਹਦੀ ਕਮਾਈ 1.5 ਲੱਖ, ਇਹ ਤੇ ਟੈਕਸ ਘੱਟ ਲੱਗੂਗਾ, ਇਹ ਤੇ ਜ਼ਿਆਦਾ ਲੱਗੂਗਾ। ਪ੍ਰੋਗਰੈਸਿਵ ਟੈਕਸ ਕੀ ਹੈ? ਕਮਾਈ ਵਧੀ ਤਾਂ ਟੈਕਸ ਜ਼ਿਆਦਾ। ਇੱਕ ਹੁੰਦਾ ਰਿਗਰੈਸਿਵ। ਰਿਗਰੈਸਿਵ ਪਤਾ ਕੀ ਹੁੰਦਾ? ਸਾਰਿਆਂ ਦੇ ਟੈਕਸ ਬਰਾਬਰ ਲੱਗੂਗਾ। 1.5 ਲੱਖ ਵਾਲਾ ਵੀ ਉਨੇ ਹੀ ਭਰੇ, 15,000 ਵਾਲਾ ਵੀ ਉਨੇ ਹੀ ਭਰੇ। ਫਾਇਦੇਮੰਦ ਕਿਹੜਾ ਹੁਣ? ਪ੍ਰੋਗਰੈਸਿਵ। ਰਿਗਰੈਸਿਵ 'ਚ ਪਤਾ ਕੀ ਨੁਕਸਾਨ ਹੋ ਗਿਆ? ਇਹਦੇ ਤੇ ਬੋਝ ਪੈ ਗਿਆ 15,000 ਵਾਲੇ ਤੇ, ਇਹਨੂੰ ਕੋਈ ਚੱਕਰ ਨਹੀਂ 1.5 ਲੱਖ ਨੂੰ। ਰਿਗਰੈਸਿਵ ਪਤਾ ਲੱਗ ਗਿਆ ਕੀ ਹੈ? ਰਿਗਰੈਸਿਵ ਨੈਗੇਟਿਵ ਹੈ, ਪ੍ਰੋਗਰੈਸਿਵ ਪੋਜ਼ਿਟਿਵ ਹੈ। ਇਹ ਪੱਕਾ ਆ ਸਕਦਾ, ਠੀਕ ਹੈ ਤੁਹਾਨੂੰ। ਡਿਗਰੈਸਿਵ ਟੈਕਸੇਸ਼ਨ ਵੀ ਹੈ ਬਈ, ਪ੍ਰੋਪੋਰਸ਼ਨਲ ਵੀ ਹੈ, 4 ਹੈ ਬਈ ਇਹ। ਕਿਹੜੇ ਤੀਜਾ ਕਿਹੜਾ? ਪ੍ਰੋਪੋਰਸ਼ਨਲ ਨੋ ਚੇਂਜ ਟੈਕਸੇਸ਼ਨ। ਠੀਕ ਹੈ। ਇਨਕਮ ਵਗੈਰਾ ਤੇ ਟੈਕਸ ਉਨਾ ਹੀ ਰਹਿੰਦਾ ਬਈ। ਹੈਂ? ਇਨਕਮ ਨਹੀਂ ਚੇਂਜ ਹੁੰਦੀ ਫੀਸ ਚ। ਕਾਹਦੇ 'ਚ? ਪ੍ਰੋਪੋਰਸ਼ਨਲ ਚ ਟੈਕਸ ਵੀ ਉਨੀ ਹੀ ਰਹਿੰਦਾ। ਟੈਕਸ ਵੀ ਉਨਾ ਹੀ ਰਹਿੰਦਾ ਤੇ ਇਨਕਮ ਵੀ ਉਨੀ ਹੀ ਰਹਿੰਦੀ, ਕੋਈ ਫਰਕ ਨਹੀਂ ਪੈਂਦਾ ਇਸ ਚ ਪ੍ਰੋਪੋਰਸ਼ਨਲ ਚ। ਇਹ ਕਿਹੜਾ ਆ ਗਿਆ ਯਾਰ? ਆ ਪਈ ਹੈ ਪੇਜ ਨੰਬਰ ਬੋਲੀ ਕਿੱਥੇ ਇਹਦਾ? 302 8 ਐਸ ਤੇ 302 ਹੈ ਬਈ। ਇਹ ਤੇ 302 ਆ। ਹਾਂਜੀ। ਨਵੀਂ ਆ 308 ਇੱਕ ਨਾ ਯਾਰ ਆਹ ਚੀਜ਼ ਯਾਦ ਰੱਖਣੀ ਹੁੰਦੀ ਆ ਆਪਾਂ, ਜਿਹੜੇ ਆਹ ਸ਼ਬਦ ਹੁੰਦੇ ਨਾ ਇਟਾਲੀਅਨ ਜੇ, ਇਹ ਜ਼ਰੂਰੀ ਹੁੰਦੇ ਆ ਭਾਈ। ਇਹ ਹੈਗਾ ਨੋ ਕੁਇਡ ਪ੍ਰੋ ਕੋ। ਇਹਦਾ ਮਤਲਬ ਕੀ ਆ? ਕਹਿੰਦਾ ਇਹਦਾ ਮਤਲਬ ਇਹ ਆ ਵੀ ਟੈਕਸ ਹੈ ਜਿਹੜਾ ਟੈਕਸ, देयर इज नो क्विड प्रो क्यो। टैक्स ਦੇ ਵਿੱਚ नो क्विड प्रो क्यो ਹੁੰਦੀ ਹੈ। ਇਹਦਾ ਮਤਲਬ ਇਹ ਹੋ ਗਿਆ, ਇਹ ਹੈ ਨਹੀਂ। ਚਲੋ ਇਟਾਲੀਅਨ ਵਰਡ ਜਿੱਥੇ ਆ ਗਿਆ ਉਹ ਖਾ ਜਿਓ, ਠੀਕ ਹੈ। ਪ੍ਰੋਗਰੈਸਿਵ ਤੇ ਰੀਗਰੈਸਿਵ। ਪ੍ਰੋਗਰੈਸਿਵ ਰੀਗਰੈਸਿਵ ਤੁਹਾਨੂੰ ਦੱਸਤਾ। ਹਾਂ ਅੱਗੇ ਆਪਾਂ ਕਰਦੇ ਹਾਂ, ਠੀਕ ਹੈ। ਪ੍ਰਪੋਰਸ਼ਨਲ ਪੜ੍ਹ ਲਓ ਪਹਿਲਾਂ। ਕੀ ਹੈ ਪ੍ਰਪੋਰਸ਼ਨਲ? ਉਹ ਹੁੰਦਾ ਹੈ ਜਿੱਥੇ ਟੈਕਸ ਦਾ ਰੇਟ ਸੇਮ ਰਵੇ ਚਾਹੇ ਇਨਕਮ ਵੱਧ ਗਈ। ਇਹ ਹੈ, ਇਹ ਪ੍ਰਪੋਰਸ਼ਨਲ ਹੈ। ਟੈਕਸ ਦਾ ਰੇਟ ਉਨਾ ਹੀ, ਇਨਕਮ ਵੱਧ ਗਈ, ਕੋਈ ਚੱਕਰ ਵਾਲੀ ਗੱਲ ਨਹੀਂ, ਠੀਕ ਹੈ। ਹੁਣ ਇਹਦੀ ਐਗਜ਼ਾਮਪਲ ਕੋਈ ਵੀ ਦੇ ਲਓ। ਮੰਨ ਕੇ ਚਲੋ ਪਹਿਲਾਂ ਮੇਰੀ ਤਨਖਾਹ ਸੀ 45,000, ਮੈਂ ਉਹਦੇ ਚੋਂ 20,000 ਭਰਦਾ, ਹੁਣ ਮੇਰੀ ਹੋ ਗਈ 99,000, ਫਿਰ ਵੀ 20,000 ਭਰੀ ਜਾਂਦਾ। ਇਹ ਕੀ ਹੈ? ਪ੍ਰਪੋਰਸ਼ਨਲ ਹੈ। ਕੀ ਹੈ ਇਹ? ਟੈਕਸ ਉਨਾ ਹੀ ਹੈ ਪਰ ਤਨਖਾਹ ਵੱਧ ਗਈ, ਇੰਨਾ ਹੀ ਲਿਖਣਾ, ਜ਼ਿਆਦਾ ਨਹੀਂ ਲਿਖਣਾ। ਇਹਦਾ ਮਤਲਬ ਕੀ ਹੈ ਵੀ ਟੈਕਸ ਦਾ ਰੇਟ ਕੀ ਹੈ? ਯੂਨੀਫਾਰਮ ਹੈ। ਕੀ ਹੈ? ਬਸ ਹੋ ਗਿਆ। ਪ੍ਰੋਗਰੈਸਿਵ ਕੀ ਹੁੰਦਾ? ਟੈਕਸ ਵੱਧ ਗਿਆ, ਤਨਖਾਹ ਵੱਧ ਗਈ। ਪਹਿਲਾਂ ਸੀਗੀ 40, ਟੈਕਸ ਸੀਗਾ 20, ਹੁਣ ਹੈਗੀ 90, ਟੈਕਸ ਹੈਗਾ 35। ਬਸ ਠੀਕ, ਇਹ ਚੰਗੀ ਚੀਜ਼ ਹੈ। ਇਹਦੇ ਨਾਲ ਗਰੀਬ ਤੇ ਬੋਝ ਨਹੀਂ ਪੈਂਦਾ, ਇਹਦੇ ਨਾਲ ਦੇਸ਼ ਦੀ ਤਰੱਕੀ ਹੁੰਦੀ ਹੈ, ਠੀਕ ਹੈ। ਰਿਗਰੈਸਿਵ ਮਾੜਾ ਟੈਕਸ ਹੈ। ਹਰੇਕ ਵਾਸਤੇ ਟੈਕਸ ਸੇਮ ਹੈ, ਹਰੇਕ ਵਾਸਤੇ ਕੀ ਹੈ? ਐਸ ਤਾਂ ਬਈ ਆਈ ਦਿਖਾ ਰੱਖਿਆ ਰਿਗਰੈਸਿਵ ਤੇ ਜਿਹਦੀ ਇਨਕਮ ਘੱਟ ਹੈਗੀ ਹੈ ਉਹਨੂੰ ਟੈਕਸ ਜ਼ਿਆਦਾ ਮਿਲਦਾ। ਦਿਮਾਗ ਲਾਣਾ, ਮੰਨ ਕੇ ਚੱਲ, ਜਿਹਦੀ ਤੂੰ ਜ਼ਿਆਦਾ ਸੋਚਣਾ, ਇਹ ਉਹੀ ਹੈ, ਸ਼ਬਦ ਉਹੀ ਹੈ। ਤੇਰੀ 15,000 ਤਨਖਾਹ ਹੈ, ਟੈਕਸ ਹੈਗਾ 5,000, ਇਹਦੀ 1.5 ਲੱਖ ਤਨਖਾਹ ਹੈ, ਟੈਕਸ ਕਿੰਨਾ? 5,000। ਕੀ ਆਖਿਆ ਮੈਂ? ਟੈਕਸ ਸੇਮ ਹੈ, ਤਨਖਾਹ ਜਿੰਨੀ ਮਰਜ਼ੀ ਆ। ਹੁਣ ਇੱਥੇ ਲਾਈਨ ਦੇਖ ਅੰਗਰੇਜ਼ੀ 'ਚ ਕੀ ਲਿਖੀ ਹੈ? ਰੇਟ ਆਫ ਟੈਕਸ ਘਟਿਆ ਹੋਇਆ ਇਹਦਾ, ਕਰ ਉਹਦੀ ਪੰਜਾਬੀ। ਇਨਕਮ ਕੀ ਹੈ ਇਹਦੀ? ਵਧੀ ਹੋਈ ਹੈ। ਰੇਟ ਆਫ ਟੈਕਸ ਉਨਾ ਹੀ ਹੈ, ਸਮਝ ਰਹੇ ਹੋ? ਪਰ ਆਹ ਵਧੀਆ, ਆਹ ਸਹੀ ਡੈਫੀਨੇਸ਼ਨ ਨਹੀਂ, ਤੁਸੀਂ ਇਹ ਲਿਖਣਾ ਹੈਗਾ
ਵੀ the tax is same for everyone, either he is high earning or low earning. For example, income of A is 15,000 and income of B is 1,50,000 and the tax on both is 5,000. A will face burden but B will have no effect. So this tax is negative tax. ਪ੍ਰੋਪੋਰਸ਼ਨਲ ਹੋ ਗਿਆ ਬਈ ਨਹੀਂ ਪ੍ਰੋਪੋਰਸ਼ਨਲ ਨਹੀਂ, ਇਹ ਰਿਗਰੈਸਿਵ ਹੈ। ਪ੍ਰੋਪੋਰਸ਼ਨਲ ਕੀ ਹੈ, ਉਹਦਾ ਆਪਾਂ ਦੱਸਤਾ ਨਾ ਕੀ ਹੈ ਵੀ ਰੇਟ ਆਫ ਟੈਕਸ ਸੇਮ ਹੀ ਰਹੂਗਾ। ਇਨਕਮ ਚਾਹੇ ਵੱਧ ਜੇ ਇਹਦੀ, ਉਹ ਇੱਕ ਬੰਦੇ ਦੀ ਹੈ, ਇੱਕ ਦੀਆਂ ਤਨਖਾਹਾਂ ਦੋ ਹੈ। ਰਿਗਰੈਸਿਵ ਦੋ ਬੰਦਿਆਂ ਨੂੰ ਕੰਪੇਅਰ ਕਰਕੇ ਦੱਸਿਆ ਹੈ, ਠੀਕ ਹੈ ਨਾ। ਐਸ ਤਾਂ ਵੀ ਜਿਵੇਂ ਐਗਜ਼ਾਮਪਲ ਚ ਦੇ ਰੱਖਿਆ ਹੈਗਾ ਹੈ। ਬਾਕੀ Regressive ਇੱਕ ਹੋਊਗਾ ਦਾ 5 ਲੱਖ ਹੈਗੀ ਹੈ ਤਨਖਾਹ, ਦੂਜੀ ਦੀ 10 ਲੱਖ ਹੈਗੀ ਹੈ, ਦੇਖੋ ਕਹਾਣੀ ਕੀ ਹੈ। ਤੇ ਉਸ ਚ ਉਹਨੂੰ 15 ਜਿਹੜਾ 10 ਲੱਖ ਹੈ ਉਹਨੂੰ 15% ਲੱਗੂ ਜਾਂਦਾ ਟੈਕਸ। ਮੈਂ ਸਮਝਾਉਣਾਗਾ, ਇੱਧਰ ਦੇਖ ਯਾਰ, ਹੈਲੋ ਇੱਧਰ ਧਿਆਨ ਦਿਓ। ਆਰਾਮ ਹੈ, ਆ ਸ਼ਾਮ ਹੈ। ਸਰਕਾਰ ਪਤਾ ਕੀ ਕਹਿੰਦੀ ਹੈ, ਸਰਕਾਰ ਕਹਿੰਦੀ ਅਸੀਂ ਤਾਂ 15,000 ਲੈਣਾ ਹੈ, ਕਿਤੋਂ ਮਰਜ਼ੀ ਲਿਆਓ। ਦੋਨੇ ਨੌਕਰੀ ਕਰਦੇ ਆ। ਰਾਮ ਦੀ ਤਨਖਾਹ ਹੈਗੀ ਆ 25,000, ਸ਼ਾਮ ਦੀ ਹੈਗੀ ਆ 65,500। ਸਮਝ ਰਹੇ ਗੱਲ ਕੀ? ਰਾਮ ਵਾਸਤੇ ਇਹ ਟੈਕਸ ਕੀ ਹੈ, ਬਹੁਤ ਜ਼ਿਆਦਾ। ਸ਼ਾਮ ਵਾਸਤੇ ਇਹ ਟੈਕਸ ਕੀ ਹੈ, ਬਹੁਤ ਨਾ ਕਹੋ, ਘੱਟ ਕਹਿ ਲਓ, ਘੱਟ ਹੈ। ਲਾਈਨ ਦੇ ਕੇ ਲਿਖੇ, ਰੇਟ ਆਫ ਟੈਕਸ ਘੱਟ, ਟੈਕਸ ਕੀ ਹੈ, ਘੱਟ। ਇਨਕਮ ਚਾਹੇ ਵੱਧ ਗਈ, ਇਨਕਮ ਚਾਹੇ ਵਧੀ ਹੋਈ ਹੈ 65,500। ਉਹਨੇ ਹੋਰੂ ਕਰਕੇ ਲਿਖਤਾ ਤਾਂ ਉਲਝਣ ਦੀ ਲੋੜ ਨਹੀਂ ਹੈਗੀ। ਆਪਾਂ ਇਹੀ ਲਿਖਣਾ ਹੈ ਵੀ ਰਿਗਰੈਸਿਵ ਉਹ ਹੁੰਦਾ ਵੇਅਰ ਦੀ ਰੇਟ ਆਫ ਟੈਕਸ ਇਜ਼ ਸੇਮ ਫॉर ਐਵਰੀ ਲੈਵਲ ਆਫ ਇਨਕਮ। ਐਗਜ਼ਾਮਪਲ ਆ ਪਈ, ਇਹਨੂੰ ਉਹ ਟੈਕਸ ਘੱਟ ਲੱਗੂ, ਇਹਨੂੰ ਉਹ ਟੈਕਸ ਜ਼ਿਆਦਾ ਲੱਗੂ। ਕੀ ਵਰਡਿੰਗ ਹੈ, ਇਨਕਮ ਚਾਹੇ ਵਧੀ ਹੋਈ ਹੈ, ਟੈਕਸ ਘੱਟ ਹੈ। ਸਮਝ ਰਹੇ ਗੱਲ ਕੀ ਹੈ? ਇੱਥੇ ਪਤਾ ਕੀ ਹੈ, ਇਹਨਾਂ ਨੇ ਬਹੁਤ ਬੇਕਾਰ ਡੈਫੀਨੇਸ਼ਨ ਦਿੱਤੀ ਹੈ, ਨੈਰੋ ਡੈਫੀਨੇਸ਼ਨ ਹੈ, ਇਹ ਰਿਲੇਟ ਹੀ ਨਹੀਂ ਕੀਤਾ ਹੋਰ ਕਿਸੇ ਨੂੰ ਤਾਂ ਨਹੀਂ। ਇਹ ਰਿਗਰੈਸਿਵ ਦੀ ਆ ਬੈਸਟ ਆ ਆਪਣੀ, ਠੀਕ ਹੈ। ਨੈਟ 'ਤੇ ਸਰਚ ਮਾਰਿਓ, ਆਹੀ ਆਊਗੀ ਆਪਣੀ। ਅੱਗੇ ਦੇਣੇ ਆਪਾਂ ਇਹਨੂੰ। ਹੁਣ ਪਤਾ ਕੀ ਲੱਗੀ ਜਾਊਗਾ ਵੀ ਇਹ ਟੈਕਸ ਬਹੁਤ ਘੱਟ ਆ, ਕੁਛ ਨਹੀਂ ਹੁੰਦਾ, ਵੀ ਥੋੜਾ ਜਿਹਾ ਹਿੱਸਾ ਹੀ ਗਿਆ ਇੱਥੇ, ਪਰ ਬਹੁਤ ਹਿੱਸਾ ਜਾ ਵੜਿਆ। ਕੀ ਜਾ ਵੜਿਆ? ਬਹੁਤ ਹਿੱਸਾ ਜਾ ਵੜਿਆ, ਠੀਕ ਹੈ ਨਾ। ਅੱਗੇ ਦੇਖੀਏ, ਇਹਨੇ ਇਸੇ ਦੀ ਐਗਜ਼ਾਮਪਲ ਦਿੱਤੀ ਹੈ, ਇਕੱਲੀ ਮਾੜੀ ਚੀਜ਼ ਹੈ ਇਹ, ਬੁੱਕ ਨੇ ਸਹੀ ਨਹੀਂ ਦੱਸਿਆ, ਠੀਕ ਹੈ। ਹੁਣ ਆਹ ਕੀ ਕਹਿ ਰਹੇ ਸੀਗੇ ਤੁਸੀਂ ਪ੍ਰੋਪੋਰਸ਼ਨਲ ਚ ਰੇਟ ਦੇ ਵਿੱਚ ਦੇ ਰੱਖੇ ਨਾ ਬਈ, ਇੱਥੇ ਜਿਵੇਂ ਇਨਕਮ ਪਹਿਲੇ ਬੰਦੇ ਦੀ ਤਾਂ 5 ਲੱਖ ਹੈਗੀ ਹੈ, ਦੂਜੀ 10 ਲੱਖ ਹੈ। ਰਿਗਰੈਸਿਵ ਵਿੱਚ ਉਹਨੂੰ 20% ਟੈਕਸ ਪਈ ਜਾਂਦਾ ਹੈਗਾ। ਫਿਰ ਇੱਕ ਨੂੰ ਫਾਇਦਾ, ਇੱਕ ਨੂੰ ਨੁਕਸਾਨ ਆ। ਹਾਂ, ਰਿਗਰੈਸਿਵ ਤੁਸੀਂ ਐਂ ਕਹਿ ਲਿਓ ਵੀ ਟੈਕਸ ਘੱਟ ਹੈ, ਵੀ ਟੈਕਸ ਅਗਲੇ ਨੂੰ ਘੱਟ ਫੀਲ ਹੋਊਗਾ। ਕਿਹਨੂੰ ਘੱਟ ਫੀਲ ਹੋਊਗਾ? ਜਿਹਦੀ ਇਨਕਮ ਜ਼ਿਆਦਾ ਰਹੂਗੀ ਉਹਨੂੰ ਘੱਟ ਫੀਲ ਹੋਊਗਾ, ਉਹਨੂੰ ਘੱਟ ਲੱਗੂਗਾ, ਬਸ, ਠੀਕ ਹੈ ਨਾ। ਇਹ ਕਹਿਣਾ ਆਪਾਂ। ਅੱਗੇ ਵੇਣੇ ਆਪਾਂ ਡਿਗਰੈਸਿਵ ਕਿਹੜਾ ਹੁੰਦਾ ਹੈ। ਕਹਿੰਦਾ ਡਿਗਰੈਸਿਵ ਉਹ ਹੁੰਦਾ ਵੀ ਜਿਹੜਾ ਟੈਕਸ ਹੈ ਉਹ ਸੇਮ ਰੇਟ ਨਾਲ ਨਹੀਂ ਵਧ ਰਿਹਾ, ਜਿਹੜੇ ਰੇਟ ਨਾਲ ਉਹਦੀ ਇਨਕਮ ਵਧੀ ਜਾਂਦੀ ਹੈ, ਸੇਮ ਰੇਟ ਨਾਲ ਨਹੀਂ ਵਧ ਰਿਹਾ। ਇਨਕਮ ਤਾਂ ਉਹਦੀ ਵੱਧ ਗਈ 20%, ਟੈਕਸ ਵਧਿਆ 2%, ਬਸ ਖਤਮ। ਡਿਗਰੈਸਿਵ 'ਚ ਟੈਕਸ ਸੇਮ ਰੇਟ ਨਾਲ ਨਹੀਂ ਵੱਧਦਾ, ਜਿੰਨੇ ਨਾਲ ਇਨਕਮ ਵੱਧਦੀ ਹੈ। ਓਕੇ ਹੋ ਗਿਆ। ਜਿਵੇਂ ਤਨਖਾਹ ਇੱਥੇ ਲਿਖਿਆ 5 ਲੱਖ ਸੀਗੀ, 10 ਹੋ ਗਈ, ਕਿੰਨੀ ਹੋ ਗਈ? 10। ਕਿੰਨੀ ਵੱਧ ਗਈ ਦੇਖੋ ਹੁਣ, ਤੇ ਟੈਕਸ ਵਧਿਆ ਸਾਰਾ 5%। ਬਹੁਤ ਨਾ ਇਨਸਾਫੀ ਹੈ ਇਹ। ਕੀ ਹੈ ਇਹਦਾ ਮਤਲਬ? ਇਹ ਹੈ ਵੀ ਕਿਹੜੇ ਦੇਸ਼ਾਂ ਦੀ ਜ਼ਿਆਦਾ ਤਰੱਕੀ ਹੈ? ਪ੍ਰੋਗਰੈਸਿਵ ਦੀ। ਕਿਹੜੇ ਦੇਸ਼ਾਂ ਦੀ ਘੱਟ ਤਰੱਕੀ ਹੈ? ਰਿਗਰੈਸਿਵ ਦੀ ਤੇ ਡਿਗਰੈਸਿਵ ਦੀ। ਸਮਝ ਰਹੇ ਹੋ? ਰਿਗਰੈਸਿਵ ਦੀ ਘੱਟ ਤਰੱਕੀ ਪਤਾ ਕਿਉਂ ਹੈ? ਰਿਗਰੈਸਿਵ ਲੈ ਕੇ ਆ ਰਿਹਾ ਤੁਹਾਡੇ ਵਾਸਤੇ ਪਾਵਰਟੀ। ਡਿਗਰੈਸਿਵ ਦੀ ਘੱਟ ਤਰੱਕੀ ਕਿਉਂ ਹੈ? ਇਹਦੇ 'ਚ ਵਧੀ ਜਾਂਦੀ ਹੈ ਲੋਕਾਂ ਦੀ ਸੇਵਿੰਗਸ, ਸਰਕਾਰ ਕੋਲ ਪੈਸੇ ਨਹੀਂ ਜਾ ਰਹੇ, ਤਰੱਕੀ ਨਹੀਂ ਹੋਣੀ। ਇੱਥੇ ਤਰੱਕੀ ਕਿਉਂ ਨਹੀਂ ਹੋਣੀ? ਇੱਥੇ ਪਾਵਰਟੀ ਆ। ਗੱਲਾਂ ਐਡ ਕਰਦੇ ਹੋ, ਉਹੀ ਅਗਲਾ ਕਹੂਗਾ ਬਹੁਤ ਕੁਝ ਲਿਖੀ ਬੈਠਾ ਹੈ, ਠੀਕ ਹੈ। ਪ੍ਰੋਗਰੈਸਿਵ ਚ ਬਈ ਜਿੰਨੀ ਤਨਖਾਹ ਵਧੀ ਉਨਾ ਟੈਕਸ। ਹਾਂ, ਪ੍ਰੋਗਰੈਸਿਵ 'ਚ ਇਹ ਆ ਵੀ ਜਿੰਨੀ ਕੁ ਤਨਖਾਹ ਵਧੀ ਆ ਉਹਦੀ, ਉਹਨਾਂ ਕੁ ਉਹਦੇ ਹਿਸਾਬ 'ਚ ਟੈਕਸ ਲਾਓ। ਮਤਲਬ ਸਰਕਾਰ ਨੇ ਐਂ ਕਹਿਤਾ, ਬੈਸਟ ਗੱਲ ਹੈ ਵੀ ਭਾਈ ਤੁਹਾਡੀ ਤਨਖਾਹ ਦਾ 10% ਅਸੀਂ ਟੈਕਸ ਲਵਾਂਗੇ। ਇਹਦੀ 15,000 ਹੈ, ਇਹ ਦੇ ਦੂਗਾ 1,500, ਇਹਦੀ 1.5 ਲੱਖ ਹੈ, ਇਹ ਦੇ ਦੂਗਾ 15,000। ਇਹਨੂੰ ਵੀ ਬਰਾਬਰ ਜੀ ਸੱਟ ਲੱਗੂਗੀ, ਇਹਦੀ ਵੀ ਬਰਾਬਰ ਜੀ ਠੇਸ ਪਹੁੰਚੂਗੀ, ਠੀਕ ਹੈ ਨਾ। ਇਹ ਹੁੰਦਾ ਪ੍ਰੋਗਰੈਸਿਵ, ਠੀਕ ਹੈ। ਅੱਗੇ ਗੱਲ ਕਰਦੇ ਹਾਂ ਆਪਾਂ ਰਿਗਰੈਸਿਵ 'ਚ ਨਾ। ਆਪਦੀ ਬੁੱਕ 'ਚੋਂ ਲਾਈਨ ਲਿਖਣੀ ਹੋਈ ਲਿਖ ਦਿਓ, ਇਕੱਲੀ ਜਿਹੜੀ ਹਾਈਲਾਈਟ ਡਾਰਕ ਹੈ, ਕੋਈ ਚੱਕਰ ਵਾਲੀ ਗੱਲ ਨਹੀਂ, ਵੱਧ ਲਿਖੇ ਦਾ ਡਰ ਨਹੀਂ। ਬਸ ਇਹ ਸੀਗਾ ਆਪਣੇ ਕੋਲ। ਆਵੇ ਇੱਥੇ ਲਿਖਿਆ ਹੋਇਆ ਪ੍ਰੋਗਰੈਸਿਵ ਬਾਹਲਾ ਵਧੀਆ ਟੈਕਸ ਹੈ, ਪ੍ਰੋਡਕਟਿਵ ਹੈ, ਇਹ ਬਹੁਤ ਘੈਂਟ ਹੈ, ਇਲਾਸਟਿਕ ਹੈ, ਇਹ ਇਹਦੇ ਨਾਲ ਇਨਇਕੁਆਲਿਟੀ। ਪ੍ਰੋਗਰੈਸਿਵ ਸਾਰਿਆਂ ਨਾਲੋਂ ਬੈਸਟ ਹੈ। ਕੀ ਹੈ? ਸਾਰਿਆਂ ਨਾਲੋਂ ਬੈਸਟ।
ਹੋਰ ਦੱਸੋ ਕੀ ਇਹਦੇ ਚੋਂ ਪੜ੍ਹਨਾ ਚਾਹੁੰਦੇ ਹੋ? ਇੱਕ ਵਰਡ ਹੈ ਰੈਪੂਡੀਏਸ਼ਨ। ਵਰਡ ਕੀ ਹੈ? ਰੈਪੂਡੀਏਸ਼ਨ ਟੂ ਪੇ ਡੈਟ। ਰੈਪੂਡੀਏਸ਼ਨ ਮਤਲਬ ਇਨਕਾਰ ਕਰ ਦੇਣਾ, ਵੀ ਮੈਂ ਨਹੀਂ ਭਾਈ ਦਿੰਦਾ ਕਰਜ਼ਾ ਆਪਦਾ, ਠੀਕ ਹੈ। ਕਿੱਥੇ ਹੈ ਬਈ ਇਹ? ਆਹ ਪਿਆ ਇੱਥੇ। ਇੱਕ ਵਰਡ ਹੁੰਦਾ ਸਿੰਕਿੰਗ ਫੰਡ। ਇਹ ਵੀ ਇੰਪੋਰਟੈਂਟ ਜੀ ਚੀਜ਼ ਲੱਗਦੀ ਦੇਖਣ 'ਚ। ਸਿੰਕਿੰਗ ਫੰਡ ਕੀ ਹੁੰਦਾ? ਡੁੱਬਣ ਵਾਲਾ ਖਾਤਾ। ਮੰਨ ਕੇ ਚੱਲ ਹੁਣ ਤੂੰ ਕੁਛ ਕੁ ਪੈਸੇ ਆਪਦੇ ਅੱਡ ਹੀ ਖਾਤੇ ਜਮ੍ਹਾਂ ਕਰਾ ਦੇ ਵੀ ਜਿੱਦਣ ਮੈਂ ਡੁੱਬਦਾ ਹੋਇਆ ਉਦੋਂ ਇਹ ਪੈਸਾ ਵਰਤੂੰ। ਸਰਕਾਰ ਕੋਲ ਹੁੰਦਾ ਹੈ। ਸਰਕਾਰ ਕਹਿੰਦੀ ਜਿੱਦਣ ਆਪਾਂ ਡੁੱਬਣ ਲੱਗੇ ਉਦੋਂ ਇਹ ਕੱਢ ਲਾਂਗੇ ਆਪਾਂ। ਸਮਝ ਗਏ? ਇਹਨੂੰ ਸਿੰਕਿੰਗ ਫੰਡ ਕਹਿੰਦੇ ਆ। ਐਮਰਜੈਂਸੀ ਫੰਡ ਵੀ ਕਹਿ ਸਕਦੇ ਹੋ। ਇੱਕ ਨਾ ਕੈਪੀਟਲ ਲਿਵਾਈ ਹੈ। ਇਹਦਾ ਮਤਲਬ ਹੁੰਦਾ ਬੜਾ ਜ਼ਿਆਦਾ ਟੈਕਸ ਲੱਗ ਗਿਆ ਜਦੋਂ ਕਿਸੇ ਪ੍ਰੋਪਰਟੀ ਦੇ ਉੱਤੇ, ਕਿਸੇ ਪ੍ਰੋਪਰਟੀ ਦੇ ਉੱਤੇ ਬਹੁਤ ਜ਼ਿਆਦਾ ਟੈਕਸ ਲੱਗ ਗਿਆ। ਇਹਦਾ ਦੂਜਾ ਨਾਮ ਹੈ ਵੈਲਥ ਟੈਕਸ। ਦੂਜਾ ਨਾਮ ਕੀ ਹੈ ਕੈਪੀਟਲ ਲਿਵਾਈ ਦਾ? ਵੈਲਥ ਟੈਕਸ, ਠੀਕ ਹੈ। ਇਹ ਰਿਚ ਤੇ ਜ਼ਿਆਦਾ ਲੱਗੂਗਾ, ਬਹੁਤ ਜ਼ਿਆਦਾ ਲੱਗੂਗਾ ਰਿਚ ਤੇ, ਠੀਕ ਹੈ। ਕੈਪੀਟਲ ਲਿਵਾਈ ਤੇ ਐਕਸਪੋਰਟ ਸਰਪਲਸ। ਆਪਾਂ ਨੂੰ ਦੇਖ ਲਓ ਐਕਸਪੋਰਟ ਸਰਪਲਸ ਕੀ ਹੁੰਦਾ। ਐਕਸਪੋਰਟ ਸਰਪਲਸ ਦਾ ਕੀ ਮਤਲਬ ਹੈ ਭਾਈ? ਐਕਸਪੋਰਟ ਜ਼ਿਆਦਾ ਹੈ, ਇੰਪੋਰਟ ਘੱਟ ਹੈ। ਭੇਜਿਆ ਜ਼ਿਆਦਾ ਹੈ, ਸਮਾਨ ਮੰਗਾਇਆ ਘੱਟ ਹੈ। ਫਾਇਦੇ 'ਚ ਆਪਾਂ ਕਾਹਦੇ 'ਚ? ਆਪਾਂ ਫਾਇਦੇ 'ਚ। ਵੇਚਾਂਗੇ ਜ਼ਿਆਦਾ, ਖਰੀਦਾਂਗੇ ਘੱਟ, ਪੈਸੇ ਬਚਣਗੇ। ਡਨ ਹੈ ਇਹ। ਹੋਰ ਦੇਖ ਲਓ ਕੁਛ ਪੁੱਛਣਾ ਤਾਂ ਇਹਦੇ ਵਿੱਚੋਂ। ਇੱਕ ਨਾ ਯਾਦ ਰੱਖਣੀ ਆ ਆਪਾਂ ਗੱਲ, ਹੈ ਨਹੀਂ ਇਹ? ਹੈ ਨਹੀਂ ਬਈ ਇਹ। ਠੀਕ ਹੈ। ਗੌਰਮੈਂਟ ਬਜਟ ਹੈਗਾ ਦੋ ਕਿੰਨੇ ਤਰ੍ਹਾਂ ਦਾ ਹੁੰਦਾ ਸੀ ਆਪਾਂ ਦੇਖਿਆ ਸੀ, ਪੜ੍ਹਿਆ ਚੈਪਟਰ ਆਪਾਂ ਸ਼ੁਰੂ ਇਹ 'ਚ ਨਾ। ਫਸਟ ਟਰਮ 'ਚ ਪੜ੍ਹਿਆ ਸੀ ਬਈ ਇਹ। ਇਹ ਹੈਗਾ ਤੁਹਾਨੂੰ ਹੁਣ ਹੈਗਾ। ਫਸਟ ਟਰਮ 'ਚ ਹੈ ਨਹੀਂ ਸੀ, ਆਪਾਂ ਉਹ ਪੜ੍ਹ ਲਿਆ ਜੀ। ਸੁਣ ਲਓ ਕਿਹੜੇ ਕਿਹੜੇ ਬਜਟ ਹੈ। ਇੱਕ ਤਾਂ ਯੂਨੀਅਨ ਬਜਟ ਹੈ। ਕਿਹੜਾ ਬਜਟ ਹੈ? ਇੱਕ ਹੁੰਦਾ ਸਟੇਟ ਬਜਟ ਹੈ, ਇੱਕ ਹੁੰਦਾ ਪਰਫਾਰਮੈਂਸ, ਇੱਕ ਹੁੰਦਾ ਸਪਲੀਮੈਂਟਰੀ। ਇਹ ਵੀ ਦੇਖ ਲੈਂਦੇ ਇੱਕ ਇੱਕ ਲਾਈਨ 'ਚ। ਤੇ ਯੂਨੀਅਨ ਕਿਹੜਾ? ਜਿਹੜਾ ਸੈਂਟਰ ਦੀ ਸਰਕਾਰ ਬਣਾਵੇ। ਕਿਹੜਾ ਬਣਾਵੇ? ਸੈਂਟਰ ਦੀ ਸਰਕਾਰ। 5-5 ਸਾਲ ਬਾਅਦ ਬਣਦਾ। ਰੇਲਵੇ ਬਜਟ ਹੁੰਦਾ ਇਹਦੇ ਵਿੱਚ, ਜਾਂ ਕਹਿ ਲਓ ਵੀ ਸੜਕਾਂ ਦੇ ਕਿੰਨੇ ਲਾਉਣੇ ਆ, ਖੇਤੀ ਦੇ ਕਿੰਨੇ ਲਾਉਣੇ ਆ, ਇਹ ਹੁੰਦਾ ਯੂਨੀਅਨ। ਸਟੇਟ ਕਿਹੜਾ ਹੁੰਦਾ? ਮੁੱਖ ਮੰਤਰੀ ਵਾਲੇ ਪੰਜਾਬ ਦਾ ਬਜਟ ਹੋ ਗਿਆ। ਪਰਫਾਰਮੈਂਸ ਕਿਹੜਾ ਹੁੰਦਾ? ਇਹ ਪਰਫਾਰਮੈਂਸ ਦੇ ਆਧਾਰ 'ਤੇ ਹੁੰਦਾ। ਕਾਹਦੇ ਆਧਾਰ 'ਤੇ ਹੁੰਦਾ ਇਹ? ਆਪਾਂ ਦੇਖ ਲਿਆ ਭਾਈ, ਅਸੀਂ ਪਿਛਲੇ ਵਾਰੀ ਗ੍ਰੀਨ ਰੈਵੋਲੂਸ਼ਨ ਲਾਂਚ ਕੀਤੀ ਸੀ, ਉਹਨੇ ਬੜੀ ਵਧੀਆ ਪਰਫਾਰਮੈਂਸ ਕੀਤੀ, ਤਾਂ ਕਰਕੇ ਐਤਕੀ ਫੇਰ ਉਹੋ ਜਿਹਾ ਕੁਛ ਆਪਾਂ ਕਰ ਰਹੇ ਹਾਂ। ਇਹਦੇ ਨਾਲ ਬਜਟ ਦੇ ਉੱਤੇ ਪ੍ਰਭਾਵ ਪਊਗਾ ਕਿ ਪਰਫਾਰਮੈਂਸ ਦੇ ਆਧਾਰ 'ਤੇ ਬਜਟ ਬਣਾਇਆ ਜਾਊਗਾ। ਇੱਕ ਹੁੰਦਾ ਸਪਲੀਮੈਂਟਰੀ। ਆਹ ਵਰਡ ਇੰਪੋਰਟੈਂਟ ਹੈ। ਸਪਲੀਮੈਂਟਰੀ ਦਾ ਮਤਲਬ ਕੀ ਹੁੰਦਾ? ਸਪਲੀਮੈਂਟਰੀ ਦਾ ਮਤਲਬ ਹੁੰਦਾ ਲਹਿਦਾ, ਐਕਸਟਰਾ। ਕੀ ਹੁੰਦਾ? ਐਕਸਟਰਾ। ਮਤਲਬ ਇਹ ਹੈ ਵੀ ਮੰਨ ਕੇ ਚਲੋ ਕੋਈ ਐਕਸਟਰਾ ਜੇ ਕੱਲ੍ਹ ਨੂੰ ਕੋਈ ਲੋੜ ਪੈ ਗਈ ਤਾਂ ਉਨੇ ਕੁ ਪੈਸੇ ਭਾਈ ਤੁਸੀਂ ਰੱਖਣੇ ਆ ਬਜਟ 'ਚ। ਵਾਰ ਹੋ ਗਈ ਜਾਂ ਕੋਵਿਡ ਆ ਗਿਆ ਤਾਂ ਸਪਲੀਮੈਂਟਰੀ ਬਜਟ 'ਚੋਂ ਪੈਸੇ ਕਢਾ ਲੈਣੇ ਆ, ਠੀਕ ਹੈ। ਸਪਲੀਮੈਂਟਰੀ ਮਤਲਬ ਐਕਸਟਰਾਸ ਕਹਿ ਲਓ। ਨੈਚੁਰਲ ਕਲੈਮਿਟੀਜ਼, ਕੋਈ ਅਰਥਕੁਏਕ ਆ ਗਿਆ। ਅੱਗੇ ਦੇਖਦੇ ਹਾਂ ਆਪਾਂ ਰੈਵਨਿਊ ਬਜਟ ਕਿਹੜਾ ਹੁੰਦਾ। ਰੈਵਨਿਊ ਦਾ ਮਤਲਬ ਇਹ ਹੁੰਦਾ ਵੀ ਰੈਵਨਿਊ ਬਜਟ ਉਹ ਹੁੰਦਾ ਜਿਹੜਾ ਸ਼ੋਅ ਕਰਦਾ ਸਰਕਾਰ ਦੀ ਕਮਾਈ। ਰਿਸਿਪਟ ਮਤਲਬ ਹੁੰਦਾ ਕਮਾਈ। ਰਿਸਿਪਟ ਮਤਲਬ ਹੁੰਦਾ ਕਮਾਈ। ਕਿਹੜੀ? ਰੈਵਨਿਊ ਕਮਾਈ। ਕਿਹੜੀ ਕਮਾਈ? ਰੈਵਨਿਊ। ਅਸਲ 'ਚ ਪਤਾ ਕੀ ਹੁੰਦਾ? ਰੈਵਨਿਊ ਤੇ ਕੈਪੀਟਲ ਦੋ ਚੀਜ਼ਾਂ ਹੁੰਦੀਆਂ ਨੇ। ਰੈਵਨਿਊ ਦਾ ਮਤਲਬ ਹੁੰਦਾ ਡੇਲੀ ਦੀ ਕਮਾਈ। ਕੈਪੀਟਲ ਹੁੰਦਾ ਜਿਹੜਾ ਫਿਕਸ ਕੰਮ ਹੈ, ਬਿਲਡਿੰਗ ਹੋ ਗਈ ਜਾਂ ਕੁਝ ਹੋਰ ਹੋ ਗਿਆ, ਠੀਕ ਹੈ। ਡੇ ਟੂ ਡੇ ਦੀ ਜਿਹੜੀ ਕਮਾਈ ਹੋਊਗੀ ਉਹਨੂੰ ਕਹਿੰਦੇ ਆਪਾਂ ਰੈਵਨਿਊ। ਡੇ ਟੂ ਡੇ ਦਾ ਜਿਹੜਾ ਖਰਚਾ ਹੋਊਗਾ ਉਹਨੂੰ ਆਪਾਂ ਕਹਿੰਦੇ ਨੇ ਰੈਵਨਿਊ ਐਕਸਪੈਂਡੀਚਰ। ਡੇ ਟੂ ਡੇ ਦੀ ਜਿਹੜੀ ਕਮਾਈ ਹੋਊਗੀ ਉਹਨੂੰ ਆਪਾਂ ਕਹਿੰਦੇ ਨੇ ਰੈਵਨਿਊ ਰਿਸਿਪਟ। ਰਿਸਿਪਟ ਦਾ ਮਤਲਬ ਕਮਾਈ ਹੁੰਦਾ, ਯਾਦ ਰੱਖਣਾ। ਕੈਪੀਟਲ ਕੀ ਹੁੰਦਾ? ਕੈਪੀਟਲ ਦੇ ਵਿੱਚ ਜਿਹੜੀ ਡੇ ਟੂ ਡੇ ਦੀ ਕਮਾਈ ਨਹੀਂ ਆਉਂਦੀ, ਉਹ ਪੱਕੀ ਕਮਾਈ ਵੱਡੇ ਲੈਵਲ ਦਾ, ਵੀ ਇੱਕ ਵਾਰੀ ਅਸੀਂ ਆਹ ਕਮਾਇਆ ਸੀਗਾ, ਇੱਕ ਵਾਰੀ ਅਸੀਂ ਆਹ ਖਰਚਾ ਕੀਤਾ ਸੀਗਾ, ਠੀਕ ਹੈ। ਵੱਡਾ ਪੁਲ ਬਣਾਤਾ, ਵੱਡੀ ਕੋਈ ਬਿਲਡਿੰਗ ਖੜੀ ਕਰਤੀ ਮੋਦੀ ਵਰਗਿਆਂ ਨੇ, ਠੀਕ ਹੈ। ਉਹਨੂੰ ਆਪਾਂ ਕਹਿ ਦਿੰਦੇ ਹਾਂ। ਤੇ ਇਹ ਹੁੰਦੀ ਹੈ ਕੈਪੀਟਲ ਬਜਟ। ਕੈਪੀਟਲ ਬਜਟ ਦੀ ਜੇ ਆਪਾਂ ਗੱਲ ਕਰੀਏ ਇਹਦੇ 'ਚ ਦੋ ਚੀਜ਼ਾਂ ਹੋਣਗੀਆਂ। ਕੈਪੀਟਲ ਬਜਟ 'ਚ ਦੋ ਚੀਜ਼ਾਂ ਹੋਣਗੀਆਂ, ਜਾਂ ਤਾਂ ਕੈਪੀਟਲ ਕਮਾਈਆਂ ਜਾਂ ਕੈਪੀਟਲ ਖਰਚੇ। ਕਮਾਈ ਦਾ ਮਤਲਬ ਹੁੰਦਾ ਰਿਸਿਪਟ, ਖਰਚੇ ਦਾ ਮਤਲਬ ਹੁੰਦਾ ਐਕਸਪੈਂਡੀਚਰ। ਦੋ ਤਰ੍ਹਾਂ ਦੇ ਬਜਟ ਆਪਾਂ ਦੇਖ ਲਏ, ਇੱਕ ਰੈਵਨਿਊ, ਇੱਕ ਕੈਪੀਟਲ। ਇਹ ਹੁਣ ਡਿਫਰੈਂਟ ਹਿਸਾਬ ਨਾਲ ਵੰਡੇ ਹੋਏ ਆ, ਪਿੱਛੇ ਡਿਫਰੈਂਟ ਸੀਗਾ। ਰੈਵਨਿਊ ਰਿਸਿਪਟਾਂ ਕਿਹੜੀਆਂ ਹੁੰਦੀਆਂ ਨੇ? ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਰੈਵਨਿਊ ਦਾ ਮਤਲਬ ਹੁੰਦਾ ਹੈ ਚੱਲ ਅਚਲ, ਜਿਹੜੀ ਡੇਲੀ ਕਮਾ ਰਹੇ ਹਾਂ ਆਪਾਂ। ਡੇਲੀ ਕੀ ਜਾਂਦਾ? ਸਰਕਾਰ ਕੋਲ ਟੈਕਸ ਜਾਂਦਾ ਹੈ। ਰੈਵਨਿਊ ਰਿਸਿਪਟ 'ਚ ਪਹਿਲੀ ਚੀਜ਼ ਆਉਂਦੀ ਹੈ ਟੈਕਸ। ਕੀ ਆਉਂਦੀ ਹੈ? ਟੈਕਸ। ਟੈਕਸ ਕਈ ਹੈ ਨਹੀਂ ਇਹ, ਹੋਰ ਕੁਝ ਨਹੀਂ ਹੈਗਾ। ਕੈਪੀਟਲ ਰਿਸੈਪਟ ਦੇ ਕੱਲਾ ਮੀਨਿੰਗ ਹੈ, ਬਸ ਮੀਨਿੰਗ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੁਣ। ਕੈਪੀਟਲ ਰਿਸਿਪਟ ਹੁੰਦਾ ਇੱਕ ਵੱਡੀ ਕਮਾਈ ਜਿਹੜੀ ਚੱਲ ਅਚਲ ਤੋਂ ਨਹੀਂ ਆ ਰਹੀ। ਵੱਡੀ ਕੋਈ ਬਿਲਡਿੰਗ ਖੜੀ ਕੀਤੀ ਸੀਗੀ ਜਾਂ ਕੋਈ 에ਅਰਪੋਰਟ ਸੀਗਾ, ਉਹ ਤੋਂ ਕਮਾਈ ਕਰ ਰਹੇ ਹਾਂ ਅਸੀਂ, ਠੀਕ ਹੈ, ਕੈਪੀਟਲ ਤੋਂ। ਓਕੇ, ਅੱਗੇ ਆ ਜਾਓ ਬਸ। ਰੈਵਨਿਊ ਦਾ ਕੈਪੀਟਲ ਇਹ ਹੈ ਨਹੀਂ ਰੈਵਨਿਊ ਐਕਸਪੈਂਡੀਚਰ ਕਿਹੜਾ ਹੁੰਦਾ? ਆ ਜਾਓ ਭਾਈ। ਨਹੀਂ ਸਾਰਾ ਰੈਵਨਿਊ ਹੈਗਾ।
ਕੱਲਾ ਮੀਨਿੰਗ ਹੈਗਾ ਇਕੱਲਾ ਮੀਨਿੰਗ ਹੈ ਇਹਦਾ। ਨਹੀਂ ਆ ਹੈਗਾ ਸਾਰਾ ਰੈਵਨਿਊ ਐਕਸਪੈਂਡੀਚਰ ਦੇਖੋ ਇੱਧਰ ਧਿਆਨ ਦੇ, ਬਸ ਛੱਡ ਯਾਰ ਇੱਧਰ ਆ ਜਾ। ਕਹਿੰਦਾ ਇਹ ਉਹ ਖਰਚਾ ਹੁੰਦਾ ਜਿਹੜਾ ਅਸੀਂ ਡੇਲੀ ਕਰਦੇ ਹਾਂ, ਜਿਹੜਾ ਅਸੀਂ ਡੇਲੀ ਕਾਹਤੇ ਕਰੇਗਾ ਤੂੰ? ਡੇਲੀ ਕਰੇਗਾ ਸਬਸਿਡੀ ਤੇ, ਕਾਹਤੇ ਕਰੇਗਾ? ਸਬਸਿਡੀ ਤੇ। ਬਸ ਸਰਕਾਰ ਕਾਹਤੇ ਕਰਦੀ? ਸਬਸਿਡੀ ਤੇ ਕਰਦੀ ਹੈ, ਜਾਂ ਸਰਕਾਰ ਕਰਦੀ ਹੈ ਲਾਅ ਤੇ, ਜਾਂ ਕਰਦੀ ਹੈ ਫੌਜ ਤੇ। ਇਹ ਡੇਲੀ ਕਰੀ ਜਾਂਦੀ ਖਰਚੇ, ਠੀਕ ਹੈ। ਇਹ ਰੈਵਨਿਊ ਆ ਗਿਆ। ਉਸ ਤੋਂ ਬਾਅਦ 'ਚ ਹੋਰ ਸੈਲਰੀ ਤੇ ਵੀ ਕਰਦੀ ਹੈ ਸਰਕਾਰ, ਤਨਖਾਹਾਂ ਪਾਉਂਦੀ ਹੈ ਆਏ ਮਹੀਨੇ, ਠੀਕ ਹੈ। ਤੇ ਕੈਪੀਟਲ ਖਰਚੇ ਕਿਹੜੇ ਹੁੰਦੇ? ਜਿਹੜੇ ਡੇਲੀ ਨਹੀਂ ਹੁੰਦੇ, ਜਿਹੜੇ ਇੱਕ ਵਾਰੀ ਹੋਏ। 에ਅਰਪੋਰਟ ਬਣਾਤਾ, ਪੁਲ ਬਣਾਤਾ, ਡੇਲੀ ਥੋੜੀ ਬਣੀ ਜਾਂਦਾ ਪੁਲ, ਠੀਕ ਹੈ ਨਾ। ਹੋਰ ਵੀ ਖਰਚੇ ਹੁੰਦੇ। ਇੱਕ ਤਾਂ ਹੁੰਦਾ ਖਰਚਾ ਡਿਵੈਲਪਮੈਂਟਲ, ਇੱਕ ਹੁੰਦਾ ਨਾਨ ਡਿਵੈਲਪਮੈਂਟ। ਡਿਵੈਲਪਮੈਂਟਲ ਕਿਹੜਾ ਹੁੰਦਾ? ਡਿਵੈਲਪਮੈਂਟ ਹੁੰਦਾ ਤਰੱਕੀ ਕਰਾਉਣ ਵਾਸਤੇ ਜਿਹੜਾ ਖਰਚਾ ਕੀਤਾ, ਪੁਲ ਬਣਾ ਲਿਆ, ਕੋਈ ਹਸਪਤਾਲ ਬਣਾਤਾ, ਕੋਈ ਸਰਕਾਰੀ ਕਾਲਜ ਬਣਾਤਾ। ਨਾਨ ਡਿਵੈਲਪਮੈਂਟ ਕਿਹੜਾ ਹੁੰਦਾ? ਇਹਦੀ ਕੋਈ ਸਰਵਿਸ ਹੁੰਦੀ ਹੈ, ਮੰਨ ਕੇ ਚੱਲ ਪੈਨਸ਼ਨ ਦੇ ਰਿਹਾ ਮੈਂ ਇਹਨੂੰ, ਉਹ ਮੇਰੀ ਥੋੜੀ ਤਰੱਕੀ ਹੈ ਕੋਈ, ਇਹਨੂੰ ਤਨਖਾਹ ਦੇਣੀ ਸਾਡੀ ਥੋੜੀ ਤਰੱਕੀ ਹੈ ਕੋਈ। ਤਰੱਕੀ ਮਤਲਬ ਦੇਸ਼ ਦੀ ਤਰੱਕੀ ਹੋਣੀ ਹੈ ਸਰਕਾਰ ਦੀ, ਠੀਕ ਹੈ ਨਾ। ਇੱਕ ਆ ਬੈਲੈਂਸਡ ਹੈਗਾ, ਬੈਲੈਂਸਡ ਕੁਛ ਬੈਲੈਂਸ ਬਜਟ ਸੁਣ ਲਓ ਕੀ ਹੁੰਦਾ। ਇਹ ਵਧੀਆ ਚੀਜ਼ ਆ ਗਈ। ਬੈਲੈਂਸਡ ਬਜਟ ਉਹ ਹੁੰਦਾ ਜਿਹਦੇ ਵਿੱਚ ਸਰਕਾਰ ਦੀ ਕਮਾਈ ਤੇ ਸਰਕਾਰ ਦਾ ਖਰਚਾ ਬਰਾਬਰ ਆ ਜੇ। ਕੀ ਆ ਜੇ? ਬਰਾਬਰ। ਯਾਨੀ ਕਿ ਰਿਸਿਪਟ ਤੇ ਦੂਜਾ ਕੀ ਸੀ? ਐਕਸਪੈਂਡੀਚਰ ਬਰਾਬਰ ਆ ਗਿਆ। ਇੱਕ ਹੁੰਦਾ ਸਰਪਲਸ। ਸਰਪਲਸ ਕੀ ਹੈ? ਰਿਸਿਪਟਾਂ ਜ਼ਿਆਦਾ ਹੈ, ਐਕਸਪੈਂਡੀਚਰ ਘੱਟ ਹੈ, ਕਮਾਈ ਜ਼ਿਆਦਾ, ਕਮਾਈ ਖਰਚਾ ਹੈ, ਘੱਟ ਹੈ। ਠੀਕ ਹੈ। ਇੱਕ ਹੁੰਦਾ ਡੈਫਿਸਿਟ, ਖਰਚੇ ਜ਼ਿਆਦਾ ਹੈ, ਕਮਾਈ ਘੱਟ, ਰਿਸਿਪਟਾਂ ਘੱਟ ਹੈ। ਖਰਚੇ ਨੂੰ ਆਪਾਂ ਐਕਸਪੈਂਡੀਚਰ ਕਹਿਣਾ, ਕਮਾਈ ਨੂੰ ਆਪਾਂ ਰਿਸਿਪਟ ਕਹਿਣਾ ਇਸ ਚੈਪਟਰ 'ਚ। ਸਮਝ ਗਏ? ਅੱਗੇ ਦੇਖਦੇ ਹਾਂ ਭਾਈ ਆਪਾਂ। ਆ ਚੀਜ਼ਾਂ ਹੈਗੀਆਂ, ਚੈੱਕ ਕਰ ਇਹਦੇ 'ਚੋਂ ਕੁਐਸਚਨ ਤੋਂ। ਹੈਗੀ ਆ ਬਈ ਇਹ ਤਾਂ। ਟਾਈਪ ਆਫ ਬਜਟ ਡੈਫਿਸਿਟ, ਇਹ ਤੇ ਨਹੀਂ ਮੱਥਾ ਮਾਰਨ ਦੀ ਲੋੜ ਹੈਗੀ ਹੁਣ, ਛੱਡੋ ਪਰੇ, ਇਹ ਇਹਨਾਂ ਨਹੀਂ ਹੋਣਾ। ਆ ਹੈ ਨਹੀਂ ਕੀ ਚੀਜ਼ ਹੈ? ਪ੍ਰੋਸੀਜਰ ਪ੍ਰੋਸੀਜਰ ਹੈ ਨਹੀਂ। ਨਹੀਂ ਹੈ ਫਿਰ ਤਾਂ ਖਤਮ ਹੋ ਗਈ ਇਹ ਇਹ ਚੱਲ। ਚੈਪਟਰ ਮੁੱਕ ਗਿਆ ਅਗਲਾ ਵੀ ਬੈਂਕ ਵਾਲਾ ਹੀ ਹੈ ਕੋਈ। ਨੈਸ਼ਨਲ ਇਨਕਮ ਨਾ ਇਨਕਮ ਆ ਗਈ। ਨੈਸ਼ਨਲ ਇਨਕਮ ਦੀਆਂ ਰਿਕਾਰਡਿੰਗਸ ਇੱਕ ਦੋ ਤਾਂ ਪਈਆਂ ਨੇ, ਤੇ ਇਹ ਚੈਪਟਰ 'ਚ ਤਾਂ ਬਥੇਰਾ ਕੁਛ ਹੋਣਾ ਤੁਹਾਨੂੰ, ਤਾਂ ਸੁਣ ਲਓ ਕੀ ਹੁੰਦੀ ਆ। ਪਤਾ ਗੱਲ ਕੀ ਆ? ਮੇਨ ਤਾਂ ਡਾਇਗਰਾਮ ਹੀ ਕਰਨੀ ਹੈ। ਆ ਗੋਲ ਜਿਹੇ ਆ ਜਿਹੜੇ, ਹਾਂਜੀ ਬਸ ਫਿਰ ਇਹ ਪੜ੍ਹ ਲਿਓ, ਠੀਕ ਆ। ਵੈਸੇ ਹੁਣ ਇੱਕ ਡੈਫੀਨੇਸ਼ਨ ਨੈਸ਼ਨਲ ਇਨਕਮ ਦੀ ਇਹ ਆ ਵੀ ਜਿੰਨੀ ਵੀ ਕਮਾਈ ਕੀਤੀ ਆ ਆਪਾਂ, ਉਹ ਕਮਾਈ ਪਤਾ ਕਿਹੜੀ ਹੁੰਦੀ ਆ? ਉਹ ਫੈਕਟਰ ਇਨਕਮ ਵਰਡ ਯੂਜ਼ ਕਰਨਾ ਹੁੰਦਾ ਆਪਾਂ। ਕਿਹੜਾ ਵਰਡ ਯੂਜ਼ ਕਰਨਾ ਹੁੰਦਾ? ਫੈਕਟਰ ਇਨਕਮ ਕੀਤੀ ਹੈ ਜਿੰਨੀ, ਪਰ ਉਹ ਕੀਤੀ ਕਿੱਥੇ ਹੈ? ਚਾਹੇ ਤਾਂ ਉਹ ਇੰਡੀਆ ਦੇ ਵਿੱਚ ਹੋਈ ਹੈ, ਚਾਹੇ ਉਹ ਸਾਡੇ ਕਿਸੇ ਬੰਦੇ ਨੇ ਜਿਹੜਾ ਬਾਹਰ ਕੰਮ ਕਰਦਾ ਉਹਨੇ ਕੀਤੀ ਹੈ। ਸਮਝ ਰਹੇ ਆ? ਵਰਡਿੰਗ 'ਚ ਆਪਾਂ ਇਹ ਲਿਖਣਾ, ਜਾਂ ਤਾਂ ਆਰਡੀਨਰੀ ਰੈਜ਼ੀਡੈਂਟ ਔਰ ਨੈਟ ਫੈਕਟਰ ਇਨਕਮ ਫਰੋਮ ਅਬਰੋਡ, ਵੀ ਬਾਹਰੋਂ ਕਿੰਨੇ ਪੈਸੇ ਆ ਰਹੇ ਆ। ਮਤਲਬ ਕਿ ਨੈਸ਼ਨਲ ਇਨਕਮ ਦਾ ਵੀ ਬੰਦਾ ਸਾਡਾ ਹੋਵੇ, ਚਾਹੇ ਕਿਤੇ ਫਿਰਦਾ ਹੋਵੇ, ਚਾਹੇ ਇੰਡੀਆ 'ਚ ਹੋਵੇ, ਚਾਹੇ ਬਾਹਰ ਹੋਵੇ। ਹੁਣ ਮੰਨ ਕੇ ਚੱਲ ਇੰਡੀਆ 'ਚ ਕੋਈ ਜਾਪਾਨੀ ਕੰਮ ਕਰ ਰਿਹਾ, ਜਾਪਾਨੀ, ਉਹ ਨੈਸ਼ਨਲ ਇਨਕਮ ਜਿਹਨੇ ਜਾਪਾਨ ਦੀ ਇਨਕਮ ਆਓ, ਕਾਹਦੀ ਇਨਕਮ ਆਓ? ਜਾਪਾਨ ਦੀ। ਸਮਝ ਰਹੇ ਹੋ ਗੱਲ ਕੀ ਹੈ? ਇਹ ਨੈਸ਼ਨਲ ਇਨਕਮ ਹੈ, ਇੰਨਾ ਕੁ ਤਾਂ ਚਲੋ ਪਤਾ ਹੋਵੇ ਤੁਹਾਨੂੰ। ਇੱਕ ਹੁੰਦੀ ਡੋਮੈਸਟਿਕ ਇਨਕਮ। ਡੋਮੈਸਟਿਕ ਇਨਕਮ ਕਿਹੜੀ ਹੁੰਦੀ ਹੈ? ਸਾਡੀ ਚਾਰ ਦੀਵਾਰੀ ਦੇ ਵਿੱਚ ਜੋ ਵੀ ਕਮਾਈ ਹੋ ਰਹੀ ਹੈ ਉਹ ਹੁੰਦੀ ਡੋਮੈਸਟਿਕ ਇਨਕਮ। ਸਮਝ ਰਹੇ ਗੱਲ? ਇੱਕ ਨਾ ਕੁਐਸਚਨ ਆਉਂਦਾ ਹੁੰਦਾ ਐਮਬੈਸੀ ਦਾ, ਧਿਆਨ 'ਚ ਹੈ ਕਿ ਨਹੀਂ ਤੁਹਾਡੇ? ਹੈ ਨਹੀਂ ਤੁਹਾਨੂੰ ਇਹ ਐਮਬੈਸੀ ਮੂਸੀ? ਬਾ ਫਿਰ ਤਾਂ ਲੋੜ ਹੀ ਨਹੀਂ। ਇੱਕ ਰੀਅਲ ਫਲੋ ਕੀ ਹੁੰਦਾ? ਰੀਅਲ ਫਲੋ, ਗੁੱਡਸ ਤੇ ਸਰਵਿਸਿਜ਼ ਦਾ ਜਿਹੜਾ ਹਾਂ flow ਹੁੰਦਾ। ਦੇਖੋ, ਗੁੱਡਸ ਤੇ ਸਰਵਿਸ ਦਾ ਜਿਹੜਾ ਫਲੋ ਹੁੰਦਾ ਉਹਨੂੰ ਰੀਅਲ ਫਲੋ ਕਹਿੰਦੇ ਆ। ਕੀ ਕਹਿੰਦੇ ਆ ਉਹਨੂੰ? ਰੀਅਲ ਫਲੋ। ਤੇ ਮਨੀ ਫਲੋ ਇਕੱਲਾ ਪੈਸੇ ਦਾ, ਇਕੱਲਾ ਪੈਸੇ ਦਾ। ਇਹ ਇੰਪੋਰਟੈਂਟ, ਠੀਕ ਹੈ। ਰੀਅਲ ਫਲੋ, ਮਨੀ ਫਲੋ ਤੁਹਾਨੂੰ ਪਤਾ ਲੱਗ ਗਿਆ ਕੀ ਹੈ। ਸੈਕਟੋਰਲ ਫਲੋ ਕਿਹੜਾ ਹੁੰਦਾ? ਪ੍ਰਾਇਮਰੀ ਤੋਂ ਸੈਕੰਡਰੀ, ਸੈਕੰਡਰੀ ਤੋਂ ਟਰਸ਼ਰੀ ਸੈਕਟਰ ਤੋਂ, ਕਿਹੜੇ ਸੈਕਟਰ ਤੋਂ ਚੀਜ਼ ਆ ਰਹੀ ਹੈ, ਜਾ ਰਹੀ ਹੈ, ਠੀਕ ਹੈ। ਸਰਕੂਲਰ ਫਲੋ ਕਿਹੜਾ ਹੁੰਦਾ? ਕਹਿੰਦਾ ਯਾਰ ਇਹ ਜਿਹੜਾ ਵੀ ਫਲੋ ਹੈ ਇਹ ਇੱਕ ਸਰਕਲ ਬਣਿਆ ਹੋਇਆ। ਮੰਨ ਕੇ ਚੱਲ ਆਪਾਂ ਸ਼ਹਿਰ 'ਚ ਸਿਰਫ 2 ਜਣੇ ਰਹਿੰਦੇ ਹਾਂ, ਠੀਕ ਹੈ, ਤਾਂ ਕੁਛ ਕੁ ਚੀਜ਼ਾਂ ਸਾਡੇ ਤੋਂ ਲੈ ਕੇ ਜਾਊਗਾ, ਕੁਛ ਕੁ ਅਸੀਂ ਉਹਨਾਂ ਤੋਂ ਖਰੀਦਾਂਗੇ। ਇਹ ਸਰਕਲ ਬਣ ਜਾਂਦਾ। ਕੀ ਬਣ ਜਾਂਦਾ? ਇੱਕ ਇਹ ਵੀ ਜਿਵੇਂ ਮੰਨ ਕੇ ਚੱਲ ਇੱਕ ਘਰ ਹੈ, ਘਰ ਨੇ ਕੀ ਕੀਤਾ? ਇਸ ਘਰ ਦੇ ਮੁੰਡੇ ਇਸ ਫੈਕਟਰੀ 'ਚ ਕੰਮ ਕਰਦੇ ਆ। ਪਹਿਲਾਂ ਤਾਂ ਘਰ ਨੇ ਉਹ ਮੁੰਡੇ ਭੇਜੇ ਇੱਥੇ, ਫਿਰ ਫੈਕਟਰੀ ਨੇ ਉਹ ਮੁੰਡਿਆਂ ਦੀ ਤਨਖਾਹ ਦਿੱਤੀ। ਸਰਕਲ ਬਣ ਜਾਣਾ। ਕੀ ਬਣ ਗਿਆ ਇਹ? ਸਰਕਲ। ਇਹ ਕਹਿੰਦਾ ਸਰਕੂਲਰ ਰਹਿੰਦਾ ਹਮੇਸ਼ਾ। ਕੀ ਰਹਿੰਦਾ ਇਹ? ਸਰਕੂਲਰ ਰਹਿੰਦਾ। ਫਿਰ ਇਹਨੂੰ ਵਿਸਥਾਰ ਨਾਲ ਤਾਂ ਆਪਾਂ ਕਰਾਂਗੇ। ਆਹ ਵੀ ਚੀਜ਼ਾਂ ਮੇਨ ਹੀ ਆ ਗਈਆਂ ਭਾਈ, ਠੀਕ ਹੈ। ਜੀਡੀਪੀ ਜੀਡੀਪੀ ਵਗੈਰਾ ਇਹਦਾ ਇਹ ਰਿਕਾਰਡਡ ਆ ਆਪਣਾ।